बिस्मिल्लाहिर्रहमानिर्रहीम। सजनों, मेरा नाम है इजहार अहमद गुलजार। सिलसिला कहानी दरबार। अज दिस कहानी दरबार दे विच मैं अपनी कहानी पेश कर रहा हाँ। कहानी का सरनामा है हरी हुई बाजी। हरी हुई बाजी। तांगा बूहे अगे आन खलोता सी। कुंडी खड़कन नाल अंदरों किसी ने छेती नाल बूहा खोलिया। सामने ਉਹਦਾ ਪਿਓ ਖਲੋਤਾ ਸੀ। ਉਹਦੀਆਂ ਲੱਤਾਂ ਕੰਬ ਰਹੀਆਂ ਸਨ, ਜਿਵੇਂ ਉਹਨੂੰ ਬਹੁਤ ਤੇਜ਼ ਤਾਪ ਚੜ ਗਿਆ ਹੋਵੇ। ਉਹ ਹੈਰਾਨ ਹੋ ਕੇ ਉਹਦੇ ਵੱਲ ਵੇਖੀ ਜਾ ਰਿਹਾ ਸੀ। ਉਹਨੂੰ ਪੁੱਛਣ ਦੀ ਹਿੰਮਤ ਨਹੀਂ ਕਰ ਰਿਹਾ ਸੀ। ਉਹਦੀਆਂ ਅੱਖਾਂ 'ਚੋਂ ਕਿਰਦੇ ਅੱਥਰੂ ਦੱਸ ਰਹੇ ਸਨ ਭਈ ਉਹ ਘਰੋਂ ਉੱਜੜ ਗਈ ਏ। ਉਹ ਉਹਨੂੰ ਮੋਢਿਓਂ ਫੜ ਕੇ ਅੰਦਰ ਲੈ ਆਇਆ। ਉਹਨੂੰ ਪਤਾ ਸੀ ਭਈ ਸੂਮੋ ਨੂੰ ਔਲਾਦ ਨਾ ਹੋਣ ਦੀ ਸਜ਼ਾ ਉਹਦੇ ਸਹੁਰਿਆਂ ਨੇ ਦੇ ਦਿੱਤੀ ਏ। ਉਹਦਾ ਜੁੱਸਾ ਕੰਬ ਰਿਹਾ ਸੀ। ਮਾਪਿਆਂ ਅੱਗੇ ਬੋਲਣ ਲੱਗਿਆ ਉਹਦੀ ਜ਼ੁਬਾਨ ਸਾਥ ਨਹੀਂ ਦੇ ਰਹੀ ਸੀ। ਉਹਨੇ ਆਪਣੇ ਚਿਹਰੇ ਨੂੰ ਆਪਣੇ ਦੋਹਾਂ ਹੱਥਾਂ ਵਿੱਚ ਲੁਕਾ ਲਿਆ। ਫਿਰ ਉਹਦੀਆਂ ਨਜ਼ਰਾਂ ਹੱਥ ਦੀ ਹਥੇਲੀ ਤੇ ਜਾ ਕੇ ਅਟਕ ਗਈਆਂ, ਜਿਨ੍ਹਾਂ ਉੱਤੇ ਮੁਕੱਦਰ ਦਾ ਜਾਲ ਵਿਛਿਆ ਹੋਇਆ ਸੀ, ਜਿਹਦੇ ਵਿੱਚੋਂ ਦੁੱਖ ਦਰਦਾਂ ਤੇ ਪੀੜਾਂ ਦੇ ਰਸਤੇ ਵੱਖੋ ਵੱਖ ਪਾਸੇ ਨੂੰ ਨਿਕਲਦੇ ਸਨ। ਉਹਨੇ ਸਕੀਨਾ ਵੱਲ ਵੇਖਿਆ ਤੇ ਸਕੀਨਾ ਨੇ ਉਹਨੂੰ ਆਪਣੀ ਜੱਫੀ ਵਿੱਚ ਲੈ ਕੇ ਉੱਚੀ ਉੱਚੀ ਵੈਣ ਪਾਉਣੇ ਸ਼ੁਰੂ ਕਰ ਦਿੱਤੇ। ਉਹ ਕਦੋਂ ਚਾਹੁੰਦੀ ਸੀ ਪਈ ਖੁਸ਼ੀ ਆਪਣਾ ਹੱਸਦਾ ਵਸਦਾ ਘਰ ਉਜਾੜ ਲਵੇ। ਦੋਵੇਂ ਆਪਣੇ ਆਪਣੇ ਘਰਾਂ ਵਿੱਚ ਰਾਜ਼ੀ ਖੁਸ਼ੀ ਜ਼ਿੰਦਗੀ ਗੁਜ਼ਾਰ ਰਹੀਆਂ ਸਨ। ਸੂਮੋ ਦੇ ਪਿਓ ਤੇ ਭਰਾਵਾਂ ਜਦੋਂ ਇਹ ਵੇਖਿਆ ਪਈ ਉਹਨਾਂ ਦੀ ਇੱਜ਼ਤ ਨੂੰ ਖੁਸ਼ੀਆਂ ਨੇ ਪੈਰਾਂ ਹੇਠ ਮਧੋਲ ਦਿੱਤਾ ਏ ਤੇ ਉਹਨਾਂ ਦੇ ਅੰਦਰ ਦੀ ਗੈਰਤ ਨੇ ਜੋਸ਼ ਮਾਰਿਆ ਤਾਂ ਆਪਸ ਵਿੱਚ ਸਲਾਹ ਮਸ਼ਵਰੇ ਕਰਨ ਲੱਗ ਪਏ। ਹੁਣ ਅੱਗੇ ਕੀ ਹੋਣਾ ਏ ਚਾਹੀਦਾ ਏ। ਇੱਟ ਦਾ ਜਵਾਬ ਪੱਥਰ ਨਾਲ ਦੇਣ ਨਾਲ ਹੀ ਮੂਰਖਾਂ ਨੂੰ ਪਤਾ ਲੱਗੇਗਾ। ਖੂਨ ਦਾ ਰਿਸ਼ਤਾ ਅਜ਼ਲਾਂ ਦੀ ਦੁਸ਼ਮਣੀ ਦਾ ਰੂਪ ਧਾਰ ਗਿਆ। ਮੁਹੱਬਤਾਂ ਦੀ ਥਾਂ ਨਫ਼ਰਤਾਂ ਨੇ ਮੱਲ ਲਈ। ਤਦੋਂ ਹੀ ਸਕੀਨਾ ਦੇ ਬੰਦੇ ਨੇ ਗੁੱਸੇ ਭਰੀਆਂ ਲਾਲ ਅੱਖਾਂ ਨਾਲ ਆਪਣੇ ਪਿਓ ਵੱਲ ਵੇਂਦੇ ਆਖਿਆ ਸੀ, ਅੱਬਾ, ਇਹ ਹੁਣ ਸਾਡੀ ਇੱਜ਼ਤ ਦਾ ਮਾਮਲਾ ਏ। ਅਸੀਂ ਆਪਣੇ ਦੁਸ਼ਮਣ ਦੀ ਭੈਣ ਨੂੰ ਕਦੇ ਵੀ ਆਪਣੀਆਂ ਨਜ਼ਰਾਂ ਸਾਹਮਣੇ ਨਹੀਂ ਰੱਖ ਸਕਦੇ। ਉਸ ਬੇਗੈਰਤ ਨੂੰ ਇਹ ਖਿਆਲ ਨਾ ਆਇਆ ਕਿ ਮੇਰੀ ਭੈਣ ਵੀ ਉਹਨਾਂ ਦੇ ਘਰ ਏ। ਮੈਂ ਉਹਨਾਂ ਦੀ ਧੀ ਦਾ ਘਰ ਉਜਾੜਾਂਗਾ ਤੇ ਮੇਰੀ ਭੈਣ ਦਾ ਕੀ ਬਣੇਗਾ। ਘਰ ਵਿੱਚ ਥਾਂ ਥਾਂ ਖੁਸਰ ਫੁਸਰ ਹੋਣ ਲੱਗ ਪਈ। ਉਹਨਾਂ ਨੂੰ ਸਕੀਨਾ ਦਾ ਵਜੂਦ ਉੱਪਰ ਜਿਹਾ ਮਹਿਸੂਸ ਹੋਣ ਲੱਗ ਪਿਆ। ਸਾਰੇ ਘਰ ਵਿੱਚ ਜੇ ਕੋਈ ਚੁੱਪ ਸੀ ਤੇ ਉਹ ਸਕੀਨਾ ਸੀ, ਜਿਹੜੀ ਸਾਰਾ ਦਿਨ ਕਮਰੇ ਦੇ ਕਿਸੇ ਕੋਨੇ ਖੁਦਰੇ ਵਿੱਚ ਸ਼ਰਮ ਦੀ ਮਾਰੀ ਮੂੰਹ ਲੁਕਾਈ ਬੈਠੀ ਰਹਿੰਦੀ ਸੀ। ਇਹ ਖਬਰੇ ਕਿਸ ਵੇਲੇ ਉਹਦੇ ਭਰਾ ਦੀ ਲਾਈ ਹੋਈ ਅੱਗ ਉਹਨੂੰ ਵੀ ਸਾੜ ਕੇ ਸਵਾਹ ਕਰ ਦੇਵੇ। ਉਹਦੇ ਵਾਸਤੇ ਇੱਕ ਮਿੰਟ ਘੰਟਿਆਂ ਤੋਂ ਭਾਰੀ ਹੋ ਜਾਂਦਾ ਸੀ। ਉਹਨੂੰ ਆਪਣੇ ਆਪ ਕੋਲੋਂ ਵਹਿਸ਼ਤ ਹੋਣ ਲੱਗ ਪਈ। ਘਰ ਦੀਆਂ ਕੰਧਾਂ ਕੋਲਿਆਂ ਤੋਂ ਵੀ ਨਫ਼ਰਤ ਹੋ ਰਹੀ ਸੀ। ਉਹਨੂੰ ਆਪਣਾ ਸਾਹ ਘੁੱਟਦਾ ਹੋਇਆ ਮਹਿਸੂਸ ਹੋਣ ਲੱਗ ਪਿਆ। ਉਹਦਾ ਦਿਲ ਬਹਿ ਗਿਆ ਤੇ ਲੇਖ ਸੌਂ ਗਏ। ਜਿਵੇਂ ਜਿਵੇਂ ਰਾਤ ਦਾ ਹਨੇਰਾ ਵੱਧਦਾ ਜਾ ਰਿਹਾ ਸੀ, ਉਹਨੂੰ ਇੰਝ ਲੱਗਦਾ ਸੀ ਜਿਵੇਂ ਇਹ ਰਾਤ ਦਾ ਹਨੇਰਾ ਨਹੀਂ ਹੋ ਰਿਹਾ, ਸਗੋਂ ਇਹ ਤੇ ਉਹਦੀ ਹਯਾਤੀ ਵਿੱਚ ਹਨੇਰਾ ਹੋ ਰਿਹਾ ਏ, ਜਿਹੜਾ ਸਦਾ ਰਹੇਗਾ। ਉਹਦੀਆਂ ਅੱਖਾਂ ਵਿੱਚ ਬਰਸਾਤ ਦੀ ਝੜੀ ਲੱਗ ਗਈ। ਤਦੋਂ ਹੀ ਬਾਹਰੋਂ ਉਹਦੀ ਸੱਸ ਨੇ ਆਵਾਜ਼ ਮਾਰੀ ਤੇ ਉਹਨੇ ਆਪਣੇ ਸਿਰ ਨੂੰ ਹਲੂਣਦਿਆਂ ਹੋਇਆ ਆਖਿਆ, ਆਈ ਮਾਂ ਜੀ। ਇਹ ਆਖ ਕੇ ਉਹ ਬਾਹਰ ਚਲੀ ਗਈ। ਐ ਲੈ ਨਿਗਲ ਲੈ ਰੋਟੀ। ਤੈਨੂੰ ਨਹੀਂ ਪਤਾ ਰੋਟੀ ਦਾ ਵੇਲਾ ਹੋ ਗਿਆ ਏ, ਤੂੰ ਅੰਦਰ ਲੁੱਕ ਕੇ ਫਫੜੇ ਕਰ ਰਹੀ ਏ। ਉਹਦੀ ਸੱਸ ਨੇ ਬੱਕਰੇ ਨੂੰ ਪੱਠੇ ਪਾਉਂਦਿਆਂ ਹੋਇਆਂ ਗੁੱਸੇ ਨਾਲ ਆਖਿਆ, ਮਾਂ, ਇਹ ਖੇਖਣ ਆਪਣੇ ਬੇਗੈਰਤ ਭਰਾਵਾਂ ਨੂੰ ਜਾ ਕੇ ਵਿਖਾਵੇ ਜਾਂ ਨੈਸ਼ ਪਿਓ ਨੂੰ ਇਹਨੂੰ ਆਖ ਦਿਓ ਆਪਣਾ ਬੋਰੀਆ ਬਿਸਤਰ ਬਣ ਕੇ ਭੱਜ ਜਾਵੇ। ਸਕੀਨਾ, ਮੈਂ ਤੈਨੂੰ ਤਲਾਕ ਦਿੱਤੀ। ਤਲਾਕ। ਬਸ਼ੀਰੇ ਨੇ ਤਲਾਕ ਦਾ ਕਾਗਜ਼ ਉਹਦੇ ਵੱਲ ਭਾਂ ਕੇ ਸੁੱਟਦਿਆਂ ਹੋਇਆ ਆਖਿਆ। ਸਕੀਨਾ ਆਪਣੇ ਘਰ ਰਾਜ਼ੀ ਬਾਜੀ ਜ਼ਿੰਦਗੀ ਗੁਜ਼ਾਰ ਰਹੀ ਸੀ। ਰੱਬ ਨੇ 5 ਵਰ੍ਹਿਆਂ ਵਿੱਚ ਉਹਨੂੰ ਹੀਰਿਆਂ ਵਰਗੇ 2 ਪੁੱਤਰ ਪੱਪੂ ਤੇ ਪੱਟੋ ਵੀ ਦੇ ਦਿੱਤੇ ਸਨ, ਜਿਨ੍ਹਾਂ ਦੇ ਪਿਆਰ ਵਿੱਚ ਰੁੱਝ ਕੇ ਉਹ ਜ਼ਿੰਦਗੀ ਦੇ ਦਿਨ ਲੰਘਾ ਰਹੀ ਸੀ। ਉਹਨੇ ਆਪਣੇ ਬੰਦੇ ਦੇ ਮੂੰਹੋਂ ਤਲਾਕ ਦਾ ਲਫ਼ਜ਼ ਸੁਣਿਆ ਤੇ ਉਹਦੇ ਅੰਦਰ ਦੀ ਖੌਫ ਨੇ ਉਹਨੂੰ ਹਿਲਾ ਦਿੱਤਾ। ਉਹ ਉੱਚੀ ਉੱਚੀ ਚੀਕਾਂ ਮਾਰਨ ਲੱਗ ਪਈ। ਉਹਦੀ ਸੱਸ ਨੇ ਨਫ਼ਰਤ ਨਾਲ ਵੇਖਦਿਆਂ ਆਖਿਆ, ਜਾ ਹੁਣ ਦਫਾ ਵੀ ਹੋ ਜਾ। ਉਹਨੇ
ਆਪਣੀ ਸੱਸ ਤੇ ਸਹੁਰੇ ਵੱਲ ਭਿੱਜੀਆਂ ਅੱਖਾਂ ਨਾਲ ਆਖਰੀ ਵਾਰ ਤੱਕਿਆ, ਜਿਨ੍ਹਾਂ ਦੇ ਚਿਹਰੇ ਗੁੱਸੇ ਤੇ ਨਫ਼ਰਤ ਨਾਲ ਲਾਲ ਹੋ ਰਹੇ ਸਨ। ਸੁਮੋ ਦੀਆਂ ਖੁੱਲੀਆਂ ਸੁਮੋ ਵੀ ਖੁੱਲਿਆਂ ਵਾਲਾਂ ਨਾਲ ਉੱਥੇ ਆ ਗਈ। ਕਮਜਾਤੇ, ਮੇਰਾ ਘਰ ਉਜਾੜਨ ਵਾਲੀਏ, ਤੈਨੂੰ ਹੁਣ ਪਤਾ ਲੱਗੇਗਾ। ਮੇਰਾ ਲੂ ਤੇਰੇ ਲਈ ਬਦਦੁਆਵਾਂ ਕਰਦਾ ਸੀ। ਆਪਣੀ ਮਨਹੂਸ ਸ਼ਕਲ ਲੈ ਕੇ ਦਫਾ ਹੋ ਜਾ। ਉਹਨੇ ਸਕੀਨਾ ਵੱਲ ਮੂੰਹ ਕਰਦਿਆਂ ਥੁੱਕਦਿਆਂ ਬੜੇ ਗੁੱਸੇ ਨਾਲ ਆਖਿਆ। ਅਗਲੇ ਦਿਨ ਸਕੀਨਾ ਕਿਸੇ ਹਰੇ ਹੋਏ ਜਵਾਰੀਏ ਵਾਂਗੂ ਆਪਣਾ ਸਭ ਕੁਝ ਲੁਟਾ ਕੇ ਆਪਣੇ ਮਾਪਿਆਂ ਦੇ ਪਿੰਡ ਦੁੱਖਾਂ ਦਰਦਾਂ ਤੇ ਤੱਤੀਆਂ ਪੀੜਾਂ ਦੀ ਪੰਡ ਚੁੱਕ ਕੇ ਅਪੜ ਗਈ। ਦੁੱਖਾਂ ਦੀ ਇਸ ਪੰਡ ਨਾਲ ਉਹਦੇ ਪੈਰ ਮਨ ਤੋਂ ਪਾਰੇ ਹੋ ਗਏ ਸਨ ਤੇ ਘਰ ਦੀ ਸਰਦਲ ਤੋਂ ਅੰਦਰ ਵੜਦਿਆਂ ਉਹਨੇ ਦੁੱਖ ਨਾਲ ਰੋਂਦਿਆਂ ਉੱਚੀ ਚੀਕ ਮਾਰੀ, ਵੇ ਬਾਬਲਾ, ਤੇਰੀ ਧੀ ਸੁੱਖੋਂ ਜਿਉਂਦਿਆਂ ਹੀ ਮਰ ਗਈ ਏ। ਮੇਰਾ ਸਭ ਕੁਝ ਬਰਬਾਦ ਹੋ ਗਿਆ ਏ। ਮੈਂ ਤੇ ਬਹੁਤ ਦੁਹਾਈ ਦਿੱਤੀ ਸੀ, ਕੱਲੇ ਅੱਗੇ ਹੱਥ ਜੋੜੇ ਸਨ ਪਈ ਮੇਰੀ ਕੁੱਲੀ ਨੂੰ ਨਫ਼ਰਤ ਦੀ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਏ, ਪਰ ਕਿਸੇ ਨੇ ਉਸ ਅੱਗ ਨੂੰ ਬੁਝਾਉਣ ਦੀ ਹਿੰਮਤ ਨਾ ਕੀਤੀ। ਲੋਕਾਂ ਦੇ ਹਵਾ ਦੇਵਣ ਨਾਲ ਅੱਗ ਦਾ ਚੰਗਿਆੜਾ ਭਾਂਬੜ ਬਣ ਕੇ ਮੇਰੀ ਕੁੱਲੀ ਦਾ ਇੱਕ ਕੱਖ ਸੜਨ ਲੱਗ ਪਿਆ ਸੀ। ਮੇਰੇ ਵਰਗੀ ਕਰਮਸੜੀ ਜੱਗ ਵਿੱਚ ਕੋਈ ਹੋਰ ਨਾ ਹੋਵੇ। ਰੱਬਾ, ਤੂੰ ਧੀਆਂ ਦੇਣਾ ਵਾ ਤੇ ਉਹਨਾਂ ਨਮਾਣੀਆਂ ਦੇ ਲੇਖ ਵੀ ਚੰਗੇ ਲਿਖ ਦਿਆ ਕਰ। ਉਹ ਉੱਚੀ ਵੈਣ ਪਾਈ ਜਾ ਰਹੀ ਸੀ। ਅੱਗ ਦੋਵਾਂ ਪਾਸੇ ਬਰਾਬਰ ਦੀ ਲੱਗ ਗਈ ਸੀ। ਸਕੀਨਾ ਸੀਨੇ ਤੇ ਪੱਥਰ ਰੱਖ ਕੇ ਸਾਰਾ ਦਿਨ ਆਪਣੀ ਮਾਂ ਨਾਲ ਕੰਮ ਕਰਦੀ ਰਹਿੰਦੀ। ਕਦੀ ਉਹ ਛੋਟੀ ਭਰਜਾਈ ਦਾ ਕੰਮ ਕਰਦੀ, ਤੇ ਕਦੀ ਆਪਣੀ ਮਾਂ ਨਾਲ ਪੱਠੇ ਵੱਢਣ ਕੁੱਟਣ ਦਾ ਕੰਮ ਰੱਬ ਦੀ ਦਿੱਤੀ ਹਯਾਤੀ ਦਾ ਭਾਰ ਲਾਉਂਦਿਆਂ ਕਰਦੀ ਰਹਿੰਦੀ। ਉਹ ਸਾਰਾ ਦਿਨ ਬੁੱਲਾਂ ਦੇ ਚੁੱਪ ਦਾ ਜੰਦਰਾ ਲਾਈ ਰੱਖਦੀ। ਭੈੜੇ ਵੇਲੇ ਨੇ ਉਹਨੂੰ ਪਿੰਡ ਵਿੱਚ ਇੱਕ ਟੁਰਦੀ ਫਿਰਦੀ ਮੂਰਤੀ ਬਣਾ ਕੇ ਰੱਖ ਦਿੱਤਾ ਸੀ। ਸਿਆਣੇ ਆਖਦੇ ਨੇ, ਹਨੇਰੇ ਵਿੱਚ ਪਰਛਾਵਾਂ ਵੀ ਸਾਥ ਛੱਡ ਦਿੰਦਾ ਏ। ਲੋਕ ਉਹਨੂੰ ਮਨਹੂਸ ਸਮਝ ਕੇ ਆਪਣੀ ਕੁੜੀਆਂ ਨੂੰ ਉਹਦੇ ਕੋਲੋਂ ਦੂਰ ਰੱਖਣ ਲੱਗ ਪਏ ਸਨ। ਜਦੋਂ ਕਿਧਰੇ ਉਹ ਪਿੰਡ ਵਿੱਚ ਟੁਰਦੇ ਫਿਰਦੇ ਬਾਲ ਵੇਖਦੀ ਤੇ ਉਹਨੂੰ ਆਪਣੇ ਪੱਪੂ ਤੇ ਪੱਟੋ ਚੇਤੇ ਆਉਣ ਲੱਗ ਪੈਂਦੇ ਤੇ ਉਹਦੀਆਂ ਅੱਖਾਂ ਹੰਝੂਆਂ ਨਾਲ ਸਿੱਲੀਆਂ ਹੋ ਜਾਂਦੀਆਂ। ਜੇ ਕਿਧਰੇ ਉਹ ਕਿਸੇ ਨਾਲ ਆਪਣੇ ਦਿਲ ਦੀ ਪੜਾਸ ਕੱਢ ਲੈਂਦੀ ਤੇ ਲੋਕੀ ਆਖਣ ਲੱਗ ਪੈਂਦੇ, ਕਮਲੀਏ, ਇਹ ਤੇ ਤੇਰੇ ਆਪਣੇ ਭਰਾਵਾਂ ਦੀ ਬੇਹਯਾਈ ਏ। ਤੁਹਾਡੇ ਘਰੋਂ ਹੀ ਨਫ਼ਰਤ ਦੇ ਛਿੱਟੇ ਡੁੱਲੇ ਨੇ, ਜਿਨ੍ਹਾਂ ਦੂਜੇ ਘਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਏ। ਲੋਕਾਂ ਦੀਆਂ ਹੋਰ ਗੱਲਾਂ ਸੁਣਨ ਤੋਂ ਪਹਿਲਾਂ ਹੀ ਉਹ ਰੋਂਦੀ ਘਰ ਨੂੰ ਚਲੀ ਜਾਂਦੀ। ਵੇਲੇ ਨੇ ਤਾਂ ਅਗਾਂਹ ਵਧਣਾ ਹੀ ਹੁੰਦਾ ਏ। ਕਿਸੇ ਦੀ ਬੇੜੀ ਡੂੰਘੇ ਪਾਣੀਆਂ ਵਿਚਕਾਰ ਫਸ ਜਾਵੇ ਜਾਂ ਕੰਢੇ ਲੱਗ ਜਾਵੇ, ਇਹਨੂੰ ਕਿਸੇ ਨਾਲ ਕੀ, ਇੰਝ ਹੀ ਸਕੀਨਾ ਤੇ ਸੁਮੋ ਨਾਲ ਹੋਇਆ। ਦੋਵੇਂ ਆਪਣੇ ਘਰ ਉਜਾੜ ਕੇ ਕੱਖੋਂ ਹੌਲੀਆਂ ਹੋ ਕੇ ਦੁੱਖਾਂ ਦੇ ਡੂੰਘੇ ਪਾਣੀਆਂ ਵਿੱਚ ਗੋਤੇ ਖਾਣ ਲੱਗ ਪਈਆਂ ਸਨ। ਇੱਕ ਦਿਨ ਸਕੀਨਾ ਦਾ ਆਪਣੇ ਬੱਚਿਆਂ ਨੂੰ ਮਿਲਣ ਲਈ ਬੜਾ ਜੀਅ ਕੀਤਾ। ਉਹ ਉਹਨਾਂ ਦੀ ਯਾਦ ਵਿੱਚ ਸਾਰੀ ਰਾਤ ਰੋਂਦੀ ਰਹੀ। ਜਦੋਂ ਪੋ ਫੁੱਟੀ ਤੇ ਬੜੇ ਹੌਸਲੇ ਨਾਲ ਆਪਣੀ ਮਾਂ ਨੂੰ ਆਖਣ ਲੱਗੀ, ਮਾਂ, ਮੈਂ ਵਸੇਬਾ ਕਰਨਾ ਚਾਹੁੰਦੀ ਹਾਂ। ਮੇਰੇ ਬੱਚੇ ਮੈਨੂੰ ਬੜੇ ਚੇਤੇ ਆਉਂਦੇ ਨੇ। ਉਹਨਾਂ ਦੀ ਯਾਦ ਮੈਨੂੰ ਵੱਢ ਖਾਂਦੀ ਏ। ਅੱਗੋਂ ਗੱਲ ਉਹਦੇ ਮੂੰਹ ਵਿੱਚ ਮੱਛੀ ਦੇ ਕੰਡੇ ਵਾਂਗੂ ਫਸ ਗਈ। ਇਹ ਸੁਣ ਕੇ ਉਹਦੀ ਮਾਂ ਗੱਜ ਪਈ, ਸਕੀਨਾ, ਤੂੰ ਵਸੇਬਾ ਕਿਵੇਂ ਕਰੇਂਗੀ? ਤੇਰਾ ਦਿਮਾਗ ਠੀਕ ਏ? ਤੈਨੂੰ ਤੇ ਉਹਨਾਂ ਤਲਾਕ ਦੇ ਛੱਡੀਏ। ਤੇਰੀ ਵਾਪਸੀ ਦੇ ਸਾਰੇ ਹੀ ਰਸਤੇ ਬੰਦ ਨੇ। ਮੂੰਹ 'ਚੋਂ ਕੋਈ ਵੱਡਾ ਬੋਲ ਨਾ ਕੱਢੀ, ਮਤਾ ਰੱਬ ਦੀ ਪਕੜ ਵਿੱਚ ਆ ਜਾਵੇਂ। ਮਾਂ, ਇਹਦੇ ਵਿੱਚ ਮੇਰਾ ਕੀ ਕਸੂਰ ਸੀ? ਤੇਰਾ ਆਪਣਾ ਹੀ ਪੁੱਤਰ ਠੀਕ ਨਹੀਂ ਸੀ। ਤੇਰੇ ਆਪਣੇ ਪੁੱਤਰ ਨੇ ਬੇੜੀਆਂ ਵਿੱਚ ਵੱਟੇ ਪਾਏ ਨੇ। ਮੈਨੂੰ ਕਿਧਰੇ ਸਕੂਨ ਨਹੀਂ ਮਿਲਦਾ। ਮੈਂ ਜਿੱਧਰ ਵੇਖਦੀ ਹਾਂ ਸਾਰੇ ਮੈਨੂੰ ਆਪਣੇ ਦੁਸ਼ਮਣ ਜਾਪਦੇ ਨੇ।
ਉਹਨੇ ਬੜੀ ਬੇਬਸੀ ਨਾਲ ਆਪਣੇ ਅਥਰੂ ਪੂੰਝਦਿਆਂ ਹੋਇਆਂ ਆਖਿਆ। ਖੁਸ਼ੀ ਨੇ ਉਹਦੀਆਂ ਗੱਲਾਂ ਸੁਣ ਕੇ ਆਖਿਆ, ਮਾਂ ਇਹ ਪਾਗਲ ਹੋ ਗਈ ਏ, ਤੂੰ ਇਹਦੇ ਨਾਲ ਸਿਰ ਖਪਾਈ ਨਾ ਕਰਿਆ ਕਰ, ਤੂੰ ਇਹਨੂੰ ਇਹਦੇ ਹਾਲ ਤੇ ਛੱਡ ਦੇ। ਤੇ ਫਿਰ ਅਗਲੇ ਦਿਨ ਉਹ ਮਾਂ ਪਿਓ ਤੇ ਭਰਾਵਾਂ ਦੇ ਬਗੈਰ ਪੁੱਛਿਆਂ ਸਮਾਜ ਦੀਆਂ ਬਣਾਈਆਂ ਹੋਈਆਂ ਕੰਧਾਂ, ਇੱਜ਼ਤ ਹੁਰਮਤ ਦੇ ਸਾਰੇ ਕੋਠੇ ਢਾਹ ਕੇ ਉਸੇ ਘਰ ਚਲੇ ਗਈ ਜਿੱਥੋਂ ਉਹਨੂੰ ਗੁੱਤੋਂ ਫੜ ਕੇ ਦਤਕਾਰ ਦਿੱਤਾ ਗਿਆ ਸੀ, ਜਿੱਥੇ ਉਹਦੇ ਗਲੇ ਵਿੱਚ ਤਲਾਕ ਦਾ ਤੌਕ ਪਾ ਕੇ ਉਹਦੀ ਬੇਬਸੀ ਦੀ ਤੋਹੀਨ ਕੀਤੀ ਗਈ ਸੀ। ਲਾਰੀ ਤੋਂ ਉਤਰ ਕੇ ਸਹੁਰਿਆਂ ਦੇ ਪਿੰਡ ਜਾਵਣ ਵਾਲੇ ਤਾਂਗੇ ਵਿੱਚ ਬੈਠੀ ਉਹ ਕਈ ਤਰ੍ਹਾਂ ਦੇ ਵਸਵਸਿਆਂ ਤੇ ਖੌਫ ਵਿੱਚ ਘਿਰੀ ਹੋਈ ਸੀ। ਕਦੀ ਉਹਨੂੰ ਖਿਆਲ ਆਉਂਦਾ, ਪਈ ਸਕੀਨਾ ਤੂੰ ਮਾਪਿਆਂ ਦੇ ਘਰੋਂ ਪੈਰ ਕੱਢ ਕੇ ਮਾੜਾ ਕੀਤਾ ਏ। ਤੇ ਫਿਰ ਜਿਵੇਂ ਹੀ ਉਹਦੇ ਅੰਦਰੋਂ ਆਵਾਜ਼ ਆਉਂਦੀ, ਨਹੀਂ ਸਕੀਨਾ, ਤੇਰਾ ਅਸਲ ਘਰ ਉਹੋ ਹੀ ਏ ਜਿੱਥੇ ਤੇਰੇ ਨਿੱਕੇ ਨਿੱਕੇ ਬਾਲ ਤੇਰਾ ਰਾਹ ਤੱਕ ਰਹੇ ਨੇ, ਜਿੱਥੇ ਤੈਨੂੰ ਟੁੱਟ ਕੇ ਪਿਆਰ ਕਰਨ ਵਾਲਾ ਤੇਰੇ ਸਿਰ ਦਾ ਸਾਈਂ ਰਹਿੰਦਾ ਏ। ਇਹਨਾਂ ਸੋਚਾਂ ਵਿੱਚ ਡੁੱਬੀ ਉਹ ਆਪਣੇ ਸਹੁਰਿਆਂ ਦੇ ਘਰ ਦੇ ਕੋਲ ਅੱਪੜ ਗਈ। ਦਹਲੀਜ਼ਾਂ ਵਿੱਚ ਖਲੋਤਿਆਂ ਉਹਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਾਇਨਾਤ ਦੀ ਹਰ ਸ਼ੈ ਸਾਹ ਘੁੱਟ ਕੇ ਆਉਣ ਵਾਲੇ ਵੇਲੇ ਦਾ ਇੰਤਜ਼ਾਰ ਕਰ ਰਹੀ ਏ। ਤੇ ਫਿਰ ਪਤਾ ਨਹੀਂ ਉਹ ਕਿਵੇਂ ਉਸ ਘਰ ਦੇ ਵਿਹੜੇ ਵਿੱਚ ਜਾ ਖਲੋਤੀ। ਇੱਕ ਤੀਰ ਵਰਗੀ ਤਿੱਖੀ ਆਵਾਜ਼ ਉਹਦੇ ਕੰਨਾਂ ਵਿੱਚ ਪਈ। ਉਹਦੀ ਸੱਸ ਆਖ ਰਹੀ ਸੀ, ਚੜੇਲੇ ਤੂੰ ਕਿੱਥੋਂ ਆ ਗਈ ਏ? ਉਹਦਾ ਸਰੀਰ ਕੰਬ ਗਿਆ ਤੇ ਕੁਝ ਬੋਲਣ ਦੀ ਥਾਂ ਉਹਦੀਆਂ ਅੱਖਾਂ 'ਚੋਂ ਅੱਥਰੂ ਕਿਰ ਕਿਰ ਕੇ ਵਿਹੜੇ ਵਿੱਚ ਡਿੱਗਣ ਲੱਗ ਪਏ। ਕੋਲ ਖਲੋਤੇ ਮੁੰਡੇ ਨੇ ਪੁੱਛਿਆ, ਖਾਲਾ ਇਹ ਕੌਣ ਏ? ਖਾਲਾ ਨੇ ਅੱਖਾਂ 'ਚ ਭਰੀ ਹੋਈ ਨਫ਼ਰਤ ਤੇ ਲਹਿਜੇ ਦਾ ਸਾਰਾ ਜ਼ਹਿਰ ਕੱਢਦਿਆਂ ਹੋਇਆਂ ਆਖਿਆ, ਇਹ ਕਦੀ ਮੇਰੀ ਨੂੰਹ ਹੁੰਦੀ ਸੀ, ਬਸ਼ੀਰੇ ਦੀ ਘਰਵਾਲੀ। ਮੁੰਡੇ ਨੇ ਬੜੇ ਗੌਰ ਨਾਲ ਉਹਦੇ ਚਿਹਰੇ ਵੱਲ ਵੇਖਿਆ ਤੇ ਜਿਵੇਂ ਕੋਈ ਫੈਸਲਾ ਕਰਦਿਆਂ ਹੋਇਆਂ ਆਖਿਆ, ਭੈਣਾ ਹੁਣ ਤੂੰ ਕੋਈ ਫਿਕਰ ਨਾ ਕਰ, ਸਭ ਠੀਕ ਹੋ ਜਾਵੇਗਾ। ਉਹਦੀ ਗੱਲ ਸੁਣ ਕੇ ਉਹਦੀ ਸੱਸ ਨੇ ਝਿੜਕ ਕੇ ਆਖਿਆ, ਕਾਕਾ ਤੂੰ ਜਵਾਈ ਏ ਤੇ ਜਵਾਈ ਬਣ ਕੇ ਹੀ ਰਹਿ, ਇਹ ਸਾਡੀ ਇੱਜ਼ਤ ਦਾ ਮਸਲਾ ਏ। ਮੁੰਡੇ ਨੇ ਆਖਿਆ, ਪਰ ਇਹ ਇੱਕ ਇਨਸਾਨੀ ਜ਼ਿੰਦਗੀ ਦਾ ਵੀ ਮਸਲਾ ਏ। ਸਕੀਨਾ ਦੀ ਆਵਾਜ਼ ਸੁਣ ਕੇ ਉਹਦੇ ਪੱਪੂ ਤੇ ਪੱਟੂ ਆ ਕੇ ਉਹਦੀਆਂ ਲੱਤਾਂ ਨਾਲ ਚਿਮੜ ਗਏ। ਪੱਪੂ ਆਖਣ ਲੱਗਾ, ਮਾਂ ਤੂੰ ਕਿੱਥੇ ਚਲੀ ਗਈ ਸੀ? ਮੈਂ ਰੋਜ਼ ਤੈਨੂੰ ਯਾਦ ਕਰਦਾ ਹੁੰਦਾ ਸੀ। ਪੱਟੂ ਆਖਣ ਲੱਗਾ, ਮਾਂ ਹੁਣ ਅਸੀਂ ਤੈਨੂੰ ਕਿਧਰੇ ਨਹੀਂ ਜਾਣ ਦੇਣਾ। ਸਕੀਨਾ ਆਪਣੇ ਸਹੁਰੇ ਨੂੰ ਵਿਹੜੇ ਵਿੱਚ ਆਉਂਦਿਆਂ ਵੇਖ ਕੇ ਰੋਂਦੀ ਕੁਰਲਾਉਂਦੀ ਉਹਦੇ ਪੈਰੀਂ ਡਿੱਗ ਪਈ ਤੇ ਹੱਥ ਬੰਨ੍ਹਦਿਆਂ ਆਖਣ ਲੱਗੀ, ਚਾਚਾ ਰੱਬ ਤੋਂ ਬਾਅਦ ਤੂੰ ਹੀ ਮੇਰਾ ਆਸਰਾ ਏ, ਮੈਨੂੰ ਮਰਨ ਤੋਂ ਪਹਿਲਾਂ ਬੇਮੌਤ ਮਰਨ ਨਾ ਦੇ, ਮੈਨੂੰ ਮੇਰੇ ਬੱਚਿਆਂ ਦਾ ਪਿਆਰ ਦੇ ਦੇ। ਉਹਨੇ ਆਪਣੀ ਸਖਣੀ ਝੋਲੀ ਉਹਦੇ ਅੱਗੇ ਕਰ ਦਿੱਤੀ। ਦੋਵਾਂ ਦੀ ਅਥਰੂਆਂ ਨਾਲ ਸਖਣੀ ਝੋਲੀ ਭਰਨ ਲੱਗ ਪਈ। ਉਹਦੀ ਗੱਲ ਸੁਣ ਕੇ ਉਹ ਕਿੰਨੇ ਚਿਰ ਤਾਈਂ ਸੋਚੀ ਡੁੱਬਿਆ ਰਿਹਾ ਤੇ ਅਥਰੂ ਪੂੰਝਦਾ ਹੋਇਆ ਆਖਣ ਲੱਗਾ, ਧੀਏ ਮੈਨੂੰ ਕੁਝ ਸੋਚਣ ਦੇ, ਤੂੰ ਘਬਰਾ ਨਾ, ਅੱਲਾ ਮੀਆਂ ਚੰਗੀਆਂ ਹੀ ਕਰੇਗਾ। ਇਹ ਮੰਜ਼ਰ ਵੇਖ ਕੇ ਆਂਡਣਾ ਗਵਾਂਢਣਾ ਦੀਆਂ ਅੱਖਾਂ ਵਿੱਚ ਵੀ ਅਥਰੂ ਆ ਗਏ ਤੇ ਉਹ ਸਾਰੀਆਂ ਉਹਦੀ ਸੱਸ ਨੂੰ ਸਮਝਾਉਣ ਲੱਗ ਪਈਆਂ। ਸ਼ਾਮੀ ਉਹਦਾ ਸਹੁਰਾ, ਉਹਦੇ ਘਰ ਵਾਲਾ ਬਸ਼ੀਰ ਤੇ ਘਰ ਦੇ ਸਾਰੇ ਜੀ ਬੈਠਕ ਵਿੱਚ ਇਕੱਠੇ ਹੋ ਗਏ ਤੇ ਫਿਰ ਸਾਰੀ ਰਾਤ ਕਈ ਤਰ੍ਹਾਂ ਦਾ ਰੌਲਾ ਪੈਂਦਾ ਰਿਹਾ। ਫਜਰੇ ਮੀਆਂ ਦੀ ਬਾਂਗ ਵੇਲੇ ਜਾ ਕੇ ਤੇ ਉਹ ਕਿਸੇ ਨਤੀਜੇ ਤੇ ਅੱਪੜੇ। ਉਹਦੇ ਸਹੁਰੇ ਨੇ ਮੌਲਵੀ ਹੁਰਾਂ ਕੋਲੋਂ ਮਸਲਾ ਪੁੱਛ ਕੇ ਹਲਾਲੇ ਦਾ ਇੰਤਜ਼ਾਮ ਕਰ ਲਿਆ। ਸਾਰੇ ਕੰਮ ਹੀ ਅੱਲਾ ਵੱਲੋਂ ਸਿੱਧੇ ਹੁੰਦੇ ਗਏ। ਉਹਦੇ ਸਹੁਰੇ ਨੇ ਆਪਣੇ ਛੋਟੇ ਪੁੱਤਰ ਨਾਲ ਉਹਦਾ ਨਿਕਾਹ ਕਰ ਦਿੱਤਾ ਤੇ ਹਲਾਲੇ ਦੀਆਂ ਸ਼ਰਤਾਂ ਪੂਰੀਆਂ ਕਰਕੇ 3 ਮਹੀਨਿਆਂ ਮਗਰੋਂ ਦੁਬਾਰਾ ਉਹਦਾ ਨਿਕਾਹ ਬਸ਼ੀਰ ਨਾਲ ਕਰ ਦਿੱਤਾ ਗਿਆ। ਇਸ ਗੱਲ ਨੂੰ 15-20 ਵਰ੍ਹੇ ਹੋ ਗਏ ਨੇ। ਸਕੀਨਾ ਹੁਣ ਵੀ ਬਸ਼ੀਰੇ ਦੀ ਘਰਵਾਲੀ ਏ ਤੇ ਉਹਦੇ 7 ਬੱਚਿਆਂ ਦੀ ਮਾਂ ਏ, ਪਰ ਖੁਸ਼ੀ ਹੁਣ ਤੀਕਰ ਆਪਣਾ ਘਰ ਨਹੀਂ ਵਸਾ ਸਕਿਆ। ਤੇ ਹੁਣ ਜਦੋਂ ਕਿਧਰੇ ਉਹ ਆਪਣੇ ਮਾਪਿਆਂ ਦੇ ਘਰ ਜਾਂਦੀ ਏ ਤੇ ਉਹਨੂੰ ਵੇਖ ਕੇ ਸਾਰਾ ਪਿੰਡ ਖੁਸ਼ ਹੋ ਜਾਂਦਾ ਏ ਭਈ ਉਹਨੇ ਇੱਕ ਹਰੀ ਹੋਈ ਬਾਜ਼ੀ
ਮੁੜ ਕੇ ਜਿੱਤ ਵਿਖਾ ਲਈਏ। ਹਰ ਕੋਈ ਉਹਨੂੰ ਵੇਖ ਕੇ ਖੁਸ਼ ਹੁੰਦਾ ਏ, ਪਰ ਪਤਾ ਨਹੀਂ ਖੁਸ਼ੀ ਨੂੰ ਕਿਉਂ ਖੁਸ਼ੀ ਦੀ ਥਾਂ ਪਰੇਸ਼ਾਨੀ ਜਿਹੀ ਹੋਣ ਲੱਗ ਪੈਂਦੀ ਏ। ਹਰ ਕੋਈ ਉਹਨੂੰ ਵੇਖ ਕੇ ਖੁਸ਼ ਹੁੰਦਾ ਏ, ਪਰ ਪਤਾ ਨਹੀਂ ਖੁਸ਼ੀ ਨੂੰ ਕਿਉਂ ਖੁਸ਼ੀ ਦੀ ਥਾਂ ਪਰੇਸ਼ਾਨੀ ਜਿਹੀ ਹੋਣ ਲੱਗ ਪੈਂਦੀ ਏ।